ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹਲਾ ਪਹਿਲਾ। ਘਰ ਚੌਥਾ। ਤੂੰ ਦਰਿਆਓ ਦਾਨਾ ਬੀਨਾ, मैं मछली कैसे अंत लहा। जह जह देखा तह तह तू है, तुझ ते निकसी फूट मरा। तू दरियाओ दाना बीना, मैं मछली कैसे अंत लहा। जह जह देखा तह तह तू है, तुझ ते निकसी फूट मरा। ना जाना मेओ न जाना जाली, ਜਾਂ ਦੁੱਖ ਲਾਗੈ ਤਾਂ ਤੁਝੈ ਸੰਭਾਲੀ ਰਹਾ। ਨਾ ਜਾਣਾ ਮਿਉ ਨ ਜਾਣਾ ਜਾਲੀ, ਜਾਂ ਦੁੱਖ ਲਾਗੈ ਤਾਂ ਤੁਝੈ ਸੰਭਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਸ਼ਬਦ ਪਹਿਲੇ ਪਾਤਸ਼ਾਹ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਰਾਗ ਸ੍ਰੀ ਰਾਗ ਵਿਖੇ ਪਵਿੱਤਰ ਅੰਗ 25 ਉੱਪਰ ਸੁਭਾਏਮਾਨ ਇਹ ਪਹਿਲਾ ਸ਼ਬਦ ਹੈ। इस पवित्र शब्द राही श्री गुरु नानक देव महाराज जी की बख्शिश करते हैं कि जिस तरह बहुत वड्डा सरोवर होवे, सागर होवे, समुद्र होवे, दरिया होवे, ਉਹਦੇ ਵਿੱਚ ਇੱਕ ਮੱਛਲੀ ਹੋਵੇ ਤੇ ਉਹ ਮੱਛੀ ਉਸ ਦਾ ਅੰਤ ਕਿਵੇਂ ਪਾ ਸਕਦੀ ਹੈ। ਉਹ ਜਿੱਧਰ ਦੇਖਦੀ ਹੈ ਉਧਰ ਪਾਣੀ ਹੀ ਪਾਣੀ ਦਿਖਾਈ ਦਿੰਦਾ ਹੈ ਤੇ ਗੁਰਮੁਖਾਂ ਨੂੰ ਹਰ ਪਾਸੇ ਪਰਮੇਸ਼ਰ ਦਾ ਵਾਸਾ ਦਿਖਾਈ ਦਿੰਦਾ। ਇਹ ਸ਼ਬਦ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਰਤਾਰਪੁਰ ਵਿਖੇ ਰਾਵੀ ਦੇ ਕਿਨਾਰੇ ਬੈਠ ਕੇ ਉਚਾਰਨ ਕੀਤਾ। ਜਿਸ ਵੇਲੇ ਗੁਰੂ ਪਿਆਰਿਓ ਸਤਿਗੁਰੂ ਜੀ ਅੰਮ੍ਰਿਤ ਵੇਲੇ ਰਾਵੀ 'ਤੇ ਇਸ਼ਨਾਨ ਕਰਨ ਜਾਂਦੇ ਆ, ਜਦੋਂ ਨਨਕਾਣ ਆਪਣਾ ਸੁਲਤਾਨਪੁਰ ਰਹਿੰਦੇ ਸਨ ਤੇ ਉਦੋਂ ਵੇਈ 'ਤੇ ਇਸ਼ਨਾਨ ਕਰਨ ਜਾਂਦੇ ਸੀ। ਫਿਰ ਨਗਰ ਕਰਤਾਰਪੁਰ ਵਸਾਲਿਆ, ਉਹਦੇ ਨੇੜੇ ਨਦੀ ਦਰਿਆ ਜਿਹੜਾ ਰਾਵੀ ਵਗਦਾ ਸੀ, ਰਾਵੀ 'ਤੇ ਇਸ਼ਨਾਨ ਕਰਨ ਜਾਂਦੇ ਸੀ। ਪਾਤਸ਼ਾਹ ਦਾ ਬਚਨ ਹੈ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਜਿਨ ਮਨ ਮੁਖ ਸੱਚਾ ਨਾਓ। ਜਿਨ੍ਹਾਂ ਦੇ ਮੁਖ ਵਿੱਚ ਮਨ ਵਿੱਚ ਪਰਮੇਸ਼ਰ ਦਾ ਨਾਮ ਹੈ, ਉਹ ਤੜਕੇ ਉੱਠ ਕੇ ਪਾਣੀ ਨਾਲ ਵੀ ਦੋਸਤੀ ਕਰਦੇ ਆ। ਔਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਰੋਜ਼ਾਨਾ ਹੀ ਜਾਂਦੇ ਵੇਖ ਕੇ ਨਾ ਇੱਕ ਸਤਿਗੁਰਾਂ ਦਾ ਸਿੱਖ ਹੋਇਆ ਸੈਦੋ ਘਿਓ। ਇਹ ਵਪਾਰੀ ਸੀ ਘਿਓ ਦਾ ਤੇ ਇਹਦਾ ਤਖਲਸੀ ਬਣ ਗਿਆ ਘਿਓ, ਤੇ ਲੋਕ ਇਹਨੂੰ ਸੈਦੋ ਘਿਓ ਕਹਿਣ ਲੱਗ ਪਏ। ਇਹ ਸੈਦੋ ਘਿਓ ਨਾਮ ਦਾ ਅੱਲਾ ਸੈਦੋ ਘਿਓ ਨਾਮ ਦਾ ਇਹ ਸਿੱਖ ਸਤਿਗੁਰਾਂ ਦਾ ਸੇਵਕ ਸੀ। ਔਰ ਇਸ ਨੇ ਅਕਸਰ ਹੀ ਧੰਨ ਗੁਰੂ ਨਾਨਕ ਦੇਵ ਜੀ ਨੂੰ ਅੰਮ੍ਰਿਤ ਵੇਲੇ ਰਾਵੀ 'ਤੇ ਜਾਂਦਿਆਂ ਜਦ ਵੇਖਿਆ ਨਾ, ਪੁੱਛਿਆ ਨਹੀਂ, ਦੱਸਿਆ ਨਹੀਂ, ਇਹਦੇ ਮਨ ਵਿੱਚ ਇੱਕ ਫੁਰਨਾ ਪੈਦਾ ਹੋਇਆ, ਭਰਮ ਬਣ ਗਿਆ ਵੀ ਸ਼ਾਇਦ ਗੁਰੂ ਨਾਨਕ ਦੇਵ ਜੀ ਰਾਵੀ ਦੇ ਉੱਤੇ ਜਲ ਦੇਵਤੇ ਦੀ ਉਪਾਸਨਾ ਕਰਦੇ ਆ, ਭਗਤੀ ਕਰਦੇ ਆ।
ਪੁੱਛਿਆ ਨਹੀਂ, ਸੋਚ ਲਿਆ। ਮਈ ਧੰਨ ਗੁਰੂ ਨਾਨਕ ਦੇਵ ਜੀ ਜਿਹੜੇ ਹਨ ਉਹ ਰੋਜ਼ਾਨਾ ਤੜਕੇ ਤੜਕੇ ਰਾਵੀ 'ਤੇ ਜਾਂਦੇ ਨੇ। ਸ਼ਾਇਦ ਉੱਥੇ ਜਾ ਕੇ ਜਿਹੜਾ ਹੈ ਜਲ ਦੇਵਤਾ, ਵਰਨ ਦੇਵਤਾ ਉਸ ਦੀ ਪੂਜਾ ਕਰਦੇ ਹੋਣਗੇ, ਤਾਂ ਹੀ ਇਹ ਦੁਨੀਆ ਇਹਨਾਂ ਨੂੰ ਪੂਜਦੀ ਹੈ। ਮੈਂ ਵੀ ਜਲ ਦੇਵਤੇ ਦੀ ਪੂਜਾ ਕਰਿਆ ਕਰਾਂ। ਤੇ ਗੁਰੂ ਪਿਆਰਿਓ, ਇੱਕ ਦਿਨ ਤੜਕੇ ਸਨੇਹਾ ਹੀ ਉੱਠਿਆ ਅੰਮ੍ਰਿਤ ਵੇਲੇ, ਗੁਰੂ ਨਾਨਕ ਦੇਵ ਜੀ ਤੋਂ ਵੀ ਪਹਿਲਾਂ ਹੀ, ਤੇ ਰਾਵੀ ਦੇ ਕਿਨਾਰੇ ਤੇ ਪਹੁੰਚ ਗਿਆ। ਕਹਿੰਦੇ ਅੱਗੋਂ ਇਸ ਨੂੰ ਕੋਈ ਆਉਂਦਾ ਹੋਇਆ ਮਿਲਿਆ। ਉਹ ਉਸ ਨੂੰ ਪੁੱਛਦਾ ਹੈ ਵੀ ਤੂੰ ਕੌਣ ਹੈ? ਕਹਿੰਦਾ ਮੈਂ ਤਾਂ ਸੈਦੋ ਘਿਓ, ਤੂੰ ਕੌਣ ਹੈ? ਉਹ ਕਹਿੰਦਾ ਮੈਂ ਜਲ ਦੇਵਤਾ। ਉਹਦੀ ਨਿਸ਼ਾਨੀ ਹੈ ਕਿ ਉਹਦੇ ਹੱਥ ਵਿੱਚ ਇੱਕ ਮੱਛੀ ਫੜੀ ਹੁੰਦੀ ਹੈ। ਉਹ ਜਲ ਦੇਵਤਾ, ਵਰਨ ਦੇਵਤਾ ਕਹਿਣ ਲੱਗਿਆ ਵੀ ਤੂੰ ਕਿੱਧਰ ਚੱਲਿਆ? ਕਹਿੰਦਾ ਮੈਂ ਤਾਂ ਇਸ਼ਨਾਨ ਕਰਨ ਆਇਆ ਸੀ। ਇੱਥੇ ਮੈਨੂੰ ਪਤਾ ਲੱਗਿਆ ਗੁਰੂ ਨਾਨਕ ਦੇਵ ਜੀ ਰੋਜ਼ ਤੁਹਾਡੀ ਪੂਜਾ ਕਰਨ ਵਾਸਤੇ ਆਉਂਦੇ ਆ। ਉਹ ਕਹਿਣ ਲੱਗਿਆ ਭਲਿਆ ਮਾਨਸਾ, ਗੁਰੂ ਨਾਨਕ ਤਾਂ ਕਲਯੁਗ ਦੇ ਪਰਮੇਸ਼ਰ ਹਨ, ਪਾਰ ਬ੍ਰਹਮ ਹਨ, ਅਵਤਾਰ ਹਨ ਰੱਬ ਦੇ। ਅਸੀਂ ਸਾਰੇ ਦੇਵਤੇ ਉਹਨਾਂ ਦੀ ਚਰਨ ਸ਼ਰਨ ਵਿੱਚ ਹਾਂ। ਅਸੀਂ ਉਹਨਾਂ ਦੀ ਪੂਜਾ ਕਰਦੇ ਹਾਂ, ਉਹ ਸਾਡੀ ਪੂਜਾ ਨਹੀਂ ਕਰਦੇ। ਸੈਦੋ ਘਿਓ ਹੈਰਾਨ ਹੋ ਗਿਆ ਵੀ ਯਾਰ ਮੈਂ ਤਾਂ ਕੁਝ ਹੋਰ ਹੀ ਸੋਚਿਆ ਸੀ। ਕਈ ਵਾਰੀ ਬੰਦੇ ਨੂੰ ਭਰਮ ਹੀ ਐਸਾ ਪੈ ਜਾਂਦਾ, ਬਿਨਾਂ ਦੱਸਿਆ ਪੁੱਛਿਆ ਕਈ ਵਾਰ ਨਿਕਲਦਾ ਨਹੀਂ। ਕਹਿੰਦਾ ਮੈਂ ਤਾਂ ਸੋਚਿਆ ਸੀ ਸ਼ਾਇਦ ਗੁਰੂ ਨਾਨਕ ਦੇਵ ਜੀ ਤੁਹਾਡੀ ਪੂਜਾ ਕਰਨ ਆਉਂਦੇ ਆ। ਕਹਿੰਦੇ ਨਹੀਂ ਭਲਿਆ ਮਾਨਸਾ, ਉਹ ਤਾਂ ਖੁਦ ਪਰਮੇਸ਼ਰ ਦੇ ਅਵਤਾਰ ਆ। ਤੇ ਇਤਨੇ ਗੁਰੂ ਪਿਆਰੇ ਹੋਏ ਗੱਲਾਂ ਕਰ ਹੀ ਰਹੇ ਸੀ। ਕਹਿੰਦੇ ਉੱਥੇ ਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪਹੁੰਚ ਗਏ। ਤੇ ਉੱਥੇ ਸੈਦੋ ਘਿਓ ਨੂੰ ਦੇਖ ਕੇ ਪਾਤਸ਼ਾਹ ਕਹਿੰਦੇ ਅੱਜ ਕਿਵੇਂ ਵੱਡੇ ਤੜਕੇ ਹੀ ਆ ਗਿਆ ਭਾਈ ਤੋਂ, ਕੀ ਗੱਲ ਹੈ? ਤੇ ਉਹ ਸਤਿਗੁਰਾਂ ਦੇ ਪੈਰੀ ਪੈ ਗਿਆ। ਕਹਿੰਦਾ ਜੀ ਮੈਨੂੰ ਮਾਫੀ ਬਖਸ਼ੋ। ਕਿਉਂ, ਗੱਲ ਕੀ ਹੋ ਗਈ? ਕਹਿੰਦਾ ਜੀ ਬਹੁਤ ਵੱਡੀ ਗਲਤੀ ਹੋ ਗਈ ਮੈਥੋਂ। ਕੀ ਗਲਤੀ ਹੋ ਗਈ? ਕਹਿੰਦਾ ਮੈਂ ਤਾਂ ਸੋਚਿਆ ਕਿਤੇ ਤੁਸੀਂ ਵਰਨ ਦੇਵਤੇ, ਜਲ ਦੇਵਤੇ ਦੀ ਪੂਜਾ ਕਰਨ ਆਇਓ। ਇੱਥੇ ਆ ਕੇ ਪਤਾ ਲੱਗਿਆ ਇਹ ਦੇਵਤਾ ਕਹਿਣ ਲੱਗਿਆ ਨਹੀਂ, ਅਸੀਂ ਉਹਦੀ ਪੂਜਾ ਕਰਦੇ ਹਾਂ, ਉਹ ਤਾਂ ਅਵਤਾਰ ਹੈ ਪਰਮੇਸ਼ਰ ਦੇ। ਧੰਨ ਗੁਰੂ ਨਾਨਕ ਦੇਵ ਜੀ ਨੇ ਉੱਥੇ ਫਿਰ ਇਹ ਸ਼ਬਦ ਉਚਾਰਿਆ ਸੀਗਾ। ਕਹਿੰਦੇ ਭਲਿਆ ਉਸ ਪਰਮੇਸ਼ਰ ਦਾ ਅੰਤ ਕੌਣ ਪਾ ਸਕਦਾ ਹੈ? ਉਹ ਬੜਾ ਵਿਸ਼ਾਲ ਹੈ। ਆਪਾਂ ਤਾਂ ਉਹਦੇ ਵਾਸਤੇ ਇੱਕ ਮੱਛੀ ਦੀ ਨਿਆਈ ਆ। ਜਿਵੇਂ ਮੱਛੀ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ, ਹਾਂ ਪਾਤਸ਼ਾਹ ਜੀ ਕਹਿੰਦੇ ਤਿੰਨਾਂ ਦਰਿਆਵਾਂ ਸਿਓ ਦੋਸਤੀ, ਜਿਨ ਮਨ ਮੁਖ ਸੱਚਾ ਨਾਉ। ਕਹਿੰਦੇ ਜਿਨ੍ਹਾਂ ਦੇ ਮਨ ਵਿੱਚ, ਜਿਨ੍ਹਾਂ ਦੇ ਮੁਖ ਵਿੱਚ ਉਸ ਪਰਮੇਸ਼ਰ ਦਾ ਨਾਮ ਹੁੰਦਾ ਹੈ, ਉਹ ਤੜਕੇ ਉੱਠ ਕੇ ਪਾਣੀ ਦੇ ਨਾਲ ਪਿਆਰ ਕਰਦੇ ਹੈ। ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸੱਚਾ ਨਾਉ। ਇਹ ਦੂਸਰੇ ਪਾਤਸ਼ਾਹ ਜੀ ਦਾ ਬਚਨ। ਉਹਨਾਂ ਨੇ ਵੀ ਇਸ ਵਿਸ਼ੇ 'ਤੇ ਵਿਚਾਰ ਬਖਸ਼ਿਸ਼ ਕੀਤੀ ਕਿ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ, ਉਹ ਪਹਿਲਾਂ ਪਾਣੀ ਨਾਲ ਪਿਆਰ ਕਰਦੇ ਆ, ਭਾਵ ਇਸ਼ਨਾਨ ਕਰਦੇ ਹੈ, ਫਿਰ ਪਰਮੇਸ਼ਰ ਨਾਲ ਜੁੜਦੇ ਹਨ। ਧੰਨ ਗੁਰੂ ਨਾਨਕ ਦੇਵ ਜੀ ਸੈਦੋ ਘਿਓ ਨੂੰ ਸੰਬੋਧਨ ਕਰਕੇ ਫਿਰ ਸ਼ਬਦ ਉਚਾਰਦੇ ਨੇ ਭਲਿਆ ਉਸ ਪਰਮੇਸ਼ਰ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਆਪਾਂ ਮੱਛੀ ਦੀ ਨਿਆਈ ਇੱਕ ਛੋਟੇ ਜਿਹੇ ਜੀਵ ਹਾਂ, ਤੇ ਉਹ ਸਮੁੰਦਰ ਦੀ ਨਿਆਈ ਵਿਸ਼ਾਲ ਹੈ।
ਉਚਾਰਨ ਕਰਦੇ ਹਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ। ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਾਹਾਂ। ਦਾਨਾ ਬੀਨਾ ਮਤਲਬ ਗਿਆਨ ਦਾਤਾ। ਤੂੰ ਦਰਿਆ ਦੀ ਨਿਆਈ ਹੈ ਔਰ ਮੈਂ ਇੱਕ ਮੱਛੀ ਦੀ ਨਿਆਈ ਹਾਂ, ਤੇ ਇੱਕ ਮੱਛੀ ਤੇਰਾ ਅੰਤ ਕਿਵੇਂ ਪਾ ਸਕਦੀ ਹੈ। ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਇਸ ਤਰ੍ਹਾਂ, ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਾਹਾਂ। ਜਹ ਜਹ ਦੇਖਾਂ ਤਹਿ ਤਹਿ ਤੂੰ ਹੈ ਤੁਝ ਤੇ ਨਿਕਸੀ ਫੂਟ ਮਰਾਂ। ਔਰ ਮਹਾਰਾਜ ਜਿੱਥੇ ਵੀ ਮੈਂ ਦੇਖਦਾ ਹਾਂ ਤੂੰ ਹੀ ਹੈ, ਔਰ ਮੈਂ ਤੇਰੇ ਵਿੱਚ ਹੀ ਜਿਉਂਦਾ ਹਾਂ। ਤੇਰੇ ਤੋਂ ਬਗੈਰ ਤਾਂ ਮੈਂ ਜਿਹੜਾ ਹੈ ਮਰ ਜਾਵਾਂਗਾ, ਫੂਟ ਮਰਾਂ ਭਾਵ ਤੇਰੇ ਤੋਂ ਬਗੈਰ ਤਾਂ ਮੈਂ ਕਿਸੇ ਕੰਮ ਦਾ ਨਹੀਂ। ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਾਹਾਂ। ਮੈਂ ਇੱਕ ਮੱਛੀ ਦੀ ਨਿਆਈ, ਜਿਸ ਤਰ੍ਹਾਂ ਮੱਛੀ ਦਰਿਆ ਦਾ ਅੰਤ ਨਹੀਂ ਪਾ ਸਕਦੀ, ਸਮੁੰਦਰ ਦਾ ਅੰਤ ਨਹੀਂ ਪਾ ਸਕਦੀ, ਉਸੇ ਤਰ੍ਹਾਂ ਹੀ ਆਪਾਂ ਵੀ ਇੱਕ ਜੀਵ ਹਾਂ। ਪਰਮੇਸ਼ਰ ਵੱਡਾ ਸਮੁੰਦਰ ਹੈ, ਦਾਨਾ ਬੀਨਾ ਦਿਲਾਂ ਦੀਆਂ ਜਾਣਨ ਵਾਲਾ, ਸਾਡੇ ਕਿਰਤ ਕਰਮ ਨੂੰ ਦੇਖਣ ਵਾਲਾ ਹੈ। ਔਰ ਮੈਂ ਜਿੱਧਰ ਦੇਖਦਾ ਹਾਂ ਉਧਰ ਉਹੋ ਹੀ ਦਿਖਾਈ ਦਿੰਦਾ। ਮੈਂ ਉਹਦਾ ਕਿਵੇਂ ਅੰਤ ਪਾ ਸਕਦਾ ਹਾਂ। ਸਤਿਗੁਰੂ ਪਾਤਸ਼ਾਹ ਜੀ ਸੁਣ ਕਰਕੇ ਬਚਨ ਇਹ ਸੈਦੋ ਘਿਓ ਤੋਂ ਵਿਸਮਾਦ ਵਿੱਚ ਚਲੇ ਗਏ, ਆਨੰਦ ਵਿੱਚ ਚਲੇ ਗਏ ਅਤੇ ਪਰਮੇਸ਼ਰ ਦਾ ਸਿਫਤ ਸਲਾਹ ਕਰਨੀ ਸ਼ੁਰੂ ਕਰ ਦਿੱਤੀ। ਜਹ ਜਹ ਦੇਖਾਂ ਤਹਿ ਤਹਿ ਤੂੰ ਹੈ ਤੁਝ ਤੈ ਨਿਕਸੀ ਫੂਟ ਮਰਾਂ। ਮੈਂ ਤੇਰੇ ਵਿੱਚੋਂ ਨਿਕਲ ਕੇ ਫੁੱਟ ਕੇ ਮਰ ਨਾ ਜਾਵਾਂ, ਭਾਵ ਵਿਛੜ ਕੇ ਮਰ ਜਾਂਦੀ ਹਾਂ। ਕਹਿਣ ਲੱਗੇ ਇੱਕ ਦਿਨ ਮਨੁੱਖ ਦੀ ਹਾਲਤ ਹੈ, ਵੈਸੇ ਉਦਾਹਰਨ ਹੈ ਇਹ। ਇੱਕ ਦਿਨ ਮੱਛੀ ਪਾਣੀ ਵਿੱਚ ਰਹਿਣ ਵਾਲੇ ਜਾਨਵਰ ਕੱਛੂ ਨੂੰ ਕਹਿਣ ਲੱਗੀ, ਪਾਣੀ ਕਿਹੋ ਜਿਹਾ ਹੁੰਦਾ ਮੈਨੂੰ ਦੱਸ ਤਾਂ ਸਹੀ। ਕੱਛੂ ਕਹਿਣ ਲੱਗਿਆ ਸਾਰਾ ਪਾਣੀ ਪਾਣੀ ਹੈ, ਪਰ ਕਹਿੰਦੀ ਕਿਹੋ ਜਿਹਾ ਮੈਨੂੰ ਐਂ ਦੱਸ ਇਹਦੇ ਬਾਰੇ। ਕੱਛੂ ਦੀ ਗੱਲ ਉਹਨੂੰ ਸਮਝ ਨਾ ਆਵੇ, ਜਿਵੇਂ ਗੁਰਮੁਖਾਂ ਨੇ ਕਿਹਾ ਘਟ ਘਟ ਮੈਂ ਹਰਜੂ ਬਸੇ, ਸਾਰੇ ਪਰਮੇਸ਼ਰ ਦਾ ਵਸ ਹੈ। ਪਰ ਫਿਰ ਵੀ ਬਹੁਤ ਸਾਰੀ ਦੁਨੀਆ ਨੂੰ ਸਮਝ ਨਹੀਂ ਆਉਂਦੀ ਅਤੇ ਉਹ ਭਟਕਦੀ ਫਿਰਦੀ ਆ ਉਹਨੂੰ ਲੱਭਣ ਵਾਸਤੇ, ਜਿਵੇਂ ਸਾਰੇ ਹੀ ਦੁੱਧਾਂ ਵਿੱਚ ਘਿਓ ਦਾ ਵਸ ਹੈ ਪਰ ਰਿੜਕੀਆਂ ਲੱਭਦਾ ਹੈ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ, ਜਦੋਂ ਉਸ ਮੱਛੀ ਨੇ ਪੁੱਛਿਆ ਕੱਛੂ ਨੂੰ ਵਾਰ-ਵਾਰ ਕਿ ਪਾਣੀ ਕਿਹੋ ਜਿਹਾ ਹੁੰਦਾ ਹੈ, ਅਤੇ ਉਹ ਸਮਝਾਵੇ ਪਰ ਉਹਨੂੰ ਸਮਝ ਨਾ ਆਵੇ, ਅਤੇ ਉਹਨੂੰ ਕਹਿੰਦਾ ਬਾਹਰ ਆ ਜਾ। ਕਹਿੰਦਾ ਉਹ ਮੱਛੀ ਨੂੰ ਲੈ ਕੇ ਬਾਹਰ ਆਇਆ ਅਤੇ ਉਹਨੇ ਮਾਰ ਕੇ ਛਪੱਟਾ ਅਤੇ ਉਹਨੂੰ ਪਾਣੀ ਤੋਂ ਬਾਹਰ ਸਿੱਟ ਦਿੱਤਾ ਪੱਤਣ 'ਤੇ। ਅਤੇ ਪੱਤਣ 'ਤੇ ਪਈ ਤੜਫਣ ਲੱਗੀ ਮੱਛੀ। ਕੱਛੂ ਕਹਿੰਦਾ ਪਤਾ ਲੱਗਿਆ ਪਾਣੀ ਕਿਹੋ ਜਿਹਾ? ਕਹਿੰਦੀ ਨਹੀਂ ਪਤਾ ਲੱਗਿਆ, ਪਰ ਮੈਂ ਮਰਦੀ ਹਾਂ। ਬਸ ਕਹਿੰਦੀ ਤੇਰਾ ਜੀਵਨ ਹੀ ਪਾਣੀ ਹੈ। ਮੱਛੀ ਨੂੰ ਕਹਿਣ ਲੱਗਿਆ ਤੇਰਾ ਜੀਵਨ ਪਾਣੀ ਹੈ। ਆਹ ਜਿਹੜਾ ਪਾਣੀ ਫਿਰਦਾ ਤੈਨੂੰ ਦਿਖਾਈ ਦੇ ਰਿਹਾ, ਤੇਰਾ ਪਾਣੀ ਤੇਰਾ ਜੀਵਨ ਹੈ। ਇਹੋ ਹੀ ਪਾਣੀ ਹੈ, ਤੇਰਾ ਜੀਵਨ ਪਾਣੀ ਹੈ। ਹੁਣ ਤੈਨੂੰ ਪਤਾ ਲੱਗਿਆ। ਤਾਂ ਫਿਰ ਉਹ ਮੱਛੀ ਵਾਪਸ ਉਸ ਪਾਣੀ ਵਿੱਚ ਚਲੇ ਗਈ। ਜਿਵੇਂ ਸਮੁੰਦਰ ਤਾਂ ਮੱਛੀ ਨੂੰ ਦਿਖਾਈ ਦਿੰਦਾ, ਪਰ ਉਸ ਨੂੰ ਉਦੋਂ ਪਤਾ ਲੱਗਦਾ ਜਦੋਂ ਪਾਣੀ ਤੋਂ ਬਾਹਰ ਨਿਕਲਦੀ ਹੈ ਕਿ ਪਾਣੀ ਲਈ ਉਹਦਾ ਜੀਵਨ ਹੈ। ਇਸੇ ਤਰ੍ਹਾਂ ਮਨੁੱਖ ਦੇ ਚਾਰ ਚੁਫੇਰੇ ਪਰਮੇਸ਼ਰ ਤਾਂ ਵਸਦਾ ਹੈ, ਪਰ ਦਿਖਾਈ ਨਹੀਂ ਦਿੰਦਾ। ਜਦੋਂ ਦੁਖੀ ਹੁੰਦਾ ਫਿਰ ਪਰਮੇਸ਼ਰ ਨੂੰ ਯਾਦ ਕਰਦਾ।
ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਇੰਨਾ ਹੀ ਜਾਣਦਾ। ਸੈਦੋ ਘਿਓ ਨੇ ਪੁੱਛਿਆ ਫਿਰ ਤੁਸੀਂ ਇੱਥੇ ਆਉਣੇ ਹੋ ਰੋਜ਼ਾਨਾ, ਕਿਹਦੀ ਪੂਜਾ ਕਰਦੇ ਹੋ, ਕਿਹਦੀ ਅਰਚਨਾ ਕਰਦੇ ਹੋ? ਕਹਿੰਦੇ ਪੂਜਾ ਮੈਂ ਕਿਹਦੀ ਕਰਨੀ ਆ? ਉਸ ਅਕਾਲ ਦੀ ਪਰਮੇਸ਼ਰ ਦੀ ਹੀ ਪੂਜਾ ਕਰਨੀ ਚਾਹੀਦੀ ਹੈ। ਪਰ ਕਹਿਣ ਲੱਗਿਆ ਜੀ ਉਹ ਕਿਹੋ ਜਿਹਾ? ਪਾਤਸ਼ਾਹ ਕਹਿਣ ਲੱਗੇ ਬਸ ਇਹੀ ਵੱਡੀ ਗੱਲ ਹੈ, ਤਾਂ ਕਾ ਅੰਤ ਨ ਜਾਈ ਲਖਿਆ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਬੜਾ ਵਿਸ਼ਾਲ ਹੈ। ਹੁਣ ਸਾਹਮਣੇ ਪਾਣੀ ਹੈ ਤੇ ਪਾਤਸ਼ਾਹ ਜਿਹੋ ਜਿਹੇ ਮਾਹੌਲ 'ਚ ਬੈਠੇ ਆ ਉਹੇ ਜਿਹੇ ਸ਼ਬਦ ਉਚਾਰਨ ਕੀਤੇ ਆ। ਤਰ੍ਹਾਂ ਤਰ੍ਹਾਂ ਦੀਆਂ ਉਦਾਹਰਨਾਂ ਬਾਣੀ 'ਚ ਦਿੱਤੀਆਂ, ਜਿੱਥੇ ਜਿਹੋ ਜਿਹਾ ਮਾਹੌਲ ਸੀ ਉੱਥੇ ਉਹੇ ਜਿਹੇ ਸ਼ਬਦ ਉਚਾਰਨ ਕਰ ਦਿੱਤੇ। ਜੇ ਸਾਲਸਰਾਏ ਜੌਹਰੀ ਨੂੰ ਮਿਲੇ ਤੇ ਉੱਥੇ ਜੌਹਰੀਆਂ ਦੀ ਬੋਲੀ ਵਿੱਚ ਹੀ ਬਾਣੀ ਉਚਾਰ ਦਿੱਤੀ। ਸੁਣ ਸਾਲਸ ਤੂੰ ਜੌਹਰੀ ਆਪਣਾ ਲਾਲ ਪਛਾਣ, ਕੂੜੇ ਪੱਥਰ ਨਾ ਗੰਢ ਬੰਨ ਲੀਜੈ ਭਲੇ ਸਿਆਣ। ਜੇ ਘਰ ਬੈਠੇ ਹੈ ਤੇ ਉਹੇ ਜਿਹਾ ਮਾਹੌਲ ਹੈ ਜਿਹੜਾ ਜਿਹੋ ਜਿਹਾ ਉਹੇ ਜਿਹੇ ਸ਼ਬਦ ਉਚਾਰ ਦਿੱਤੇ। ਹੁਣ ਬੈਠੇ ਆ ਰਾਵੀ ਦਰਿਆ ਦੇ ਕਿਨਾਰੇ ਤੇ, ਸੈਦੋ ਘਿਓ ਨਾਲ ਗੱਲਬਾਤ ਹੋ ਰਹੀ ਹੈ। ਸੈਦੋ ਘਿਓ ਕਹਿੰਦਾ ਜੀ ਉਹ ਪਰਮੇਸ਼ਰ ਹੈ ਕਿਹੋ ਜਿਹਾ? ਕਹਿੰਦੇ ਕੀ ਦੱਸਾਂ? ਮੱਛੀ ਕੀ ਦੱਸੇ? ਹਾਂ, ਮੱਛੀ ਦੀ ਜੀਵਨ ਹੈ ਪਾਣੀ ਤੇ, ਪਰ ਇਹ ਨਹੀਂ ਕਹਿ ਸਕਦੀ ਕਿ ਸਮੁੰਦਰ ਕਿਹੋ ਜਿਹਾ। ਉਹਦਾ ਕੋਈ ਰੰਗ ਰੂਪ ਰੇਖ ਭੇਖ ਨਹੀਂ, ਉਹਦੇ ਵਿੱਚ ਡੁੱਬ ਜਾਂਦੀ ਹੈ, ਆਨੰਦ ਲੈਂਦੀ ਹੈ, ਭੱਜੀ ਫਿਰਦੀ ਹੈ, ਜਲ ਪਾਣੀ ਖੁਰਾਕ ਛਕਦੀ ਹੈ ਉਹਦੇ ਵਿੱਚੋਂ। ਪਰ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਜਿੱਥੇ ਮੈਂ ਫਿਰਦੀ ਹਾਂ ਕਿੱਡਾ ਕੁ ਵਿਸ਼ਾਲ ਹੈ। ਇਸੇ ਤਰ੍ਹਾਂ ਪਰਮੇਸ਼ਰ ਬੜਾ ਵਿਸ਼ਾਲ ਹੈ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇੰਨਾ ਪਤਾ ਲੱਗਿਆ ਕਿ ਸਾਡਾ ਜੀਵਨ ਹੀ ਉਹ ਆਪ ਹੈ। ਜਿੱਦੇ ਉਹ ਵਿੱਚੋਂ ਨਿਕਲ ਗਿਆ ਉਹਦੇ ਇਹ ਬਾਡੀ ਇਹ ਸਰੀਰ ਚੱਲਣਾ ਨਹੀਂ, ਇਹ ਡਿੱਗ ਪੈਣਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਹ ਜਹ ਦੇਖਾਂ ਤਹਿ ਤਹਿ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ, ਮੈਂ ਤੈਥੋਂ ਵਿਛੜ ਕੇ ਮਰ ਨਾ ਜਾਵਾਂ। ਤੜਫ ਤੜਫ ਕੇ, ਜਿਸ ਤਰ੍ਹਾਂ ਮੱਛੀ ਦਾ ਜੀਵਨ ਪਾਣੀ ਹੈ ਤੇ ਸਿੱਖ ਦਾ ਜੀਵਨ ਗੁਰੂ ਹੈ, ਪਰਮੇਸ਼ਰ ਹੈ, ਤੇ ਅੱਜ ਸਾਡਾ ਜੀਵਨ ਜਿਹੜਾ ਉਹ ਬਾਣੀ ਹੈ, ਕਿਉਂਕਿ ਗੁਰੂ ਸਾਡਾ ਸ਼ਬਦ ਸਰੂਪ ਹੈ ਤੇ ਸਿੱਖ ਦਾ ਜੀਵਨ ਬਾਣੀ ਹੈ। ਤੇ ਜੇ ਬਾਣੀ ਵਿਸਰ ਜਾਵੇ ਤੇ ਫਿਰ ਕੀ ਹੁੰਦਾ ਹੈ? ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲਲਾਏ। ਬਸ ਉਹੀ ਮੱਛੀ ਵਾਲੀ ਹਾਲਤ ਜਿਹੜੀ ਪਾਣੀ ਨੂੰ ਛੱਡ ਕੇ ਬਾਹਰ ਨਿਕਲ ਕੇ ਪਾਣੀ ਲੱਭਣ ਲੱਗੇ। ਜਿਨ੍ਹਾਂ ਨੇ ਸੰਸਾਰ ਨੂੰ ਛੱਡ ਕੇ ਜੰਗਲਾਂ ਵਿੱਚ ਜਾ ਕੇ ਪਰਮੇਸ਼ਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਉਹ ਤੜਫ ਕੇ ਦੁਖੀ ਹੋ ਕੇ ਅਖੀਰ ਮਰ ਗਏ। ਅੰਤ ਕੋ ਚਾਹਣ ਜੋ ਗਏ ਸੇ ਆਏ, ਅੰਤ ਗਵਾਏ। ਫਿਰ ਕਿਵੇਂ ਮਿਲਦਾ ਹੈ? ਗੁਰੂ ਨੂੰ ਪੁੱਛੋ। ਨਾਨਕ ਸਤਿਗੁਰ ਭੇਟਿਆ ਐਸੀ ਹੋਵੇ ਜੁਗਤ, ਗੁਰੂ ਉਹ ਜੁਗਤ ਬਣਾਉਂਦਾ। ਤੇ ਫਿਰ ਕਿੱਥੇ ਮਿਲਦਾ ਪਰਮੇਸ਼ਰ? ਪਾਤਸ਼ਾਹ ਜੀ ਕਹਿੰਦੇ ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਹੱਸਦਿਆਂ ਖੇਡਦਿਆਂ ਖਾਂਦਿਆਂ ਪੀਂਦਿਆਂ ਗ੍ਰਸਤੀ ਜੀਵਨ ਬਤੀਤ ਕਰਦਿਆਂ, ਇਹਦੇ ਵਿੱਚ ਹੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਤੇ ਮਾਇਆ ਤੋਂ ਮੁਕਤੀ ਹੁੰਦੀ ਹੈ। ਸਿੱਖ ਦਾ ਜੀਵਨ, ਮਨੁੱਖ ਦਾ ਜੀਵਨ ਸ਼ਬਦ ਹੈ, ਗੁਰਬਾਣੀ ਹੈ। ਕੇਵਲ ਸਿੱਖ ਦਾ ਹੀ ਨਹੀਂ, ਆਲ ਵਰਲਡ ਦੇ ਮਨੁੱਖ ਦਾ। ਚਾਹੇ ਕਿਸੇ ਨੂੰ ਪਤਾ ਹੈ, ਚਾਹੇ ਕਿਸੇ ਨੂੰ ਨਹੀਂ ਪਤਾ, ਚਾਹੇ ਕਿਸੇ ਨੂੰ ਬਾਣੀ ਸਮਝ ਆਵੇ ਜਾਂ ਨਾ ਆਵੇ, ਸਾਰਿਆਂ ਦਾ ਜੀਵਨ ਸ਼ਬਦ ਹੈ, ਕਿਉਂਕਿ ਸ਼ਬਦ ਨੇ ਸਾਨੂੰ ਬਣਾਇਆ ਹੈ। ਸ਼ਬਦੇ ਧਰਤੀ ਸ਼ਬਦੇ ਆਕਾਸ਼, ਸ਼ਬਦੈ ਸ਼ਬਦ ਭਇਆ ਪ੍ਰਕਾਸ਼। ਸਗਲ ਸਮੱਗਰੀ ਸ਼ਬਦ ਕੇ ਪਾਛੈ, ਨਾਨਕ ਸ਼ਬਦ ਘਟੈ ਘਟਿਆਛੈ। ਸ਼ਬਦ ਸਾਡਾ ਜੀਵਨ ਹੈ, ਸ਼ਬਦ ਵਿੱਚੋਂ ਅਸੀਂ ਪ੍ਰਗਟ ਹੋਏ ਹਾਂ, ਸ਼ਬਦ ਵਿੱਚ ਹੀ ਸਮਾਉਣਾ ਹੈ। ਗੁਰ ਸ਼ਬਦ ਸਮਾਵੇ ਅਵਰ ਨਾ ਜਾਣੈ ਕੋਇ ਜੀਓ। ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਬਿਲ ਲਾਏ। ਬਹੁਤਾ ਬੋਲਣ ਝੱਖਣ ਹੋਏ, ਬਿਨ ਬੋਲੇ ਜਾਣੈ ਸਭ ਸੋਏ। ਤਾਂ ਤੇ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਉਹ ਪਰਮੇਸ਼ਰ ਬੜਾ ਬੇਅੰਤ ਹੈ। ਜਗਿਆਸੂ ਮੱਛੀ ਰੂਪ ਤਿੰਨਾਂ ਭਵਨਾਂ ਵਿੱਚ ਸਮੁੰਦਰ ਨੂੰ ਦੇਖਦੀ ਹੈ, ਭਾਵ ਹਰ ਥਾਂ ਤੇ ਪਰਮੇਸ਼ਰ ਵਿਆਪਕ ਦੇਖਦਾ ਹੈ ਤੇ ਸੁਖੀ ਵਸਦਾ ਹੈ।
सतगुरु पातशाह जी कहन लगे इस तरह सिखो वो बड़ा बेअंत है। ना जाना मेओ ना जाना जाली। पातशाह जी कहते ना तो मैं मलाहां नूं जानदा हाँ, मच्छियां फड़न वाले शिकारियां नूं जानदा हाँ, ते ना मैं जाल नूं जानदा हाँ। भाव मच्छी पानी च आनंद लैंदी है ते एक दिन शिकारी दे जाल विच फस जाती है, भज दौड़ करके टिकदी नहीं ना एक थां ते। मच्छी एक मिनट भी नहीं टिकदी, देख लेना भटक इधर भज गई उधर भज गई। इस तरह ही मनुख जिहड़ा टिकदा नहीं ये भी फस जाता एक दिन। ना जाना मेओ ना जाना जाली। ना मैं फंद कनो शिकारी नूं जानदी हाँ, जिहड़ा माछी है ना मैं उसदी जाल नूं जानदी हाँ। भाव मैनू क्यों दुख आउंदे आ ये मैनू नहीं पता गा, पर एक पता है कि दुख आउंदी उहनूं भुल के है। जां दुख लागे तां तुझे संभाली। जदों मैनू कोई दुख लगदा है तां मैं तैनू याद करदी हाँ। ये बचन गुरु नानक देव जी। नाम है सिख दा अल्लाह सैदो घिओ, तो मुसलमान सेवक है सतगुरां दा। ते इसने सोचिया शायद बाबा नानक जी रावी दे किनारे ते जल देवते की पूजा करन जाते हैं। इन्हें सोचा भी उन्हां दी इन्नी पूजा हुंदी है, मेरी भी होवेगी, मैं भी चलिया करा। ते ये भी जान लगे। ते पहले दिन ही सतगुरां ने इहदा भरम कट दिता कि सिखा जिन्हां ने परमेश्वर नाल प्यार करना पहला पानी नाल प्यार करन। भाव वो पहला पानी नाल प्यार करते हैं, इशनान करते हैं। दूसरा आपां भी सारे पानी तो बने हाँ। जल की पीत पवन का थंबा, रक्त बुंद का गारा, हाड़ मास नाड़ी को पिंजर, पंखी वसै विचारा। इत्थे ये भी गल कहते हैं जिन्हां ने परमेश्वर नूं पाउणा है पहला सृष्टि नाल प्यार करन। तिन्हां दरियावां से दोस्ती आपां सारे दरिया हाँ। जिन मन मुख सच्चा नाव, जिन्हां दे मुख विच मन विच परमेश्वर दा नाम है, वो पहला इन्हां मनुखता नाल, सृष्टि नाल, कुदरत नाल प्यार करन। इहदे विचों ही वो मिलेगा। दूसरा अर्थ है अध्यात्मक। तिन्हां दरियावां से दोस्ती, जिन मन मुख सच्चा नाव, जिन्हां दे मन विच मुख विच परमेश्वर दा सच्चा नाम है, वो परमेश्वर नाल प्यार करदे ने। धन गुरु नानक देव जी कहते मैं नहीं जानता दुख कित्थों आउंदे है, दुखां नूं देण वाला कौन है। ना जाना मेओ ना जाना जाली। ना मैं फंदक नूं जानदा, जिहड़ा दरिया विच जाल सिट के ते फसा लैंदा। और ना मैनू किसी मलाह दा पता है जिहड़ा मैनू उस तो बचा सके। मैनू इको ही बचाउण वाला परमेश्वर दा नाम है। जां दुख लागे तां तुझे संभाली। धन धन श्री गुरु गोबिंद सिंह जी महाराज कहते राम रहीम पुराण कुरान अनेक कहे मत एक न मान्यो। सिमत शास्त्र वेद सब बहु भेद कहे हम एक न जान्यो। श्री असपान कृपा तोमरी कर, मैं न कहो सब तो है बखाने। जो चाहो सो तुझ ते पावो। मैनू जो चाहिए मैं तेथों मंगांगा, मैं किसी तो नहीं मंगना। इस करके जब ते पाए गहे तुमरे तब ते को आँख तरह नहीं आने हो। जिदन दे तेरे चरण फड़े है उदे दा मेरिया अखां दे थले तेरे वर्गा कोई भी नहीं आया। भाव मैनू तेरे वर्गा कोई लभ्या नहीं गा। तू बड़ा विशाल है, बड़ा महान है। जब ते पाए गहे तुमरे तब ते को आँख तरह नहीं आने हो। भावें दुनिया विच राम रहीम पुराण कुरान, दशरथ दा पुत्र राम
ਮੁਸਲਮਾਨੀ ਮਤ ਵਿੱਚ ਰਹੀਮ ਕਹਿੰਦੇ ਆ। ਇਹਨਾਂ ਦੇ ਪੁਰਾਣ ਕੁਰਾਨ ਬੜੇ ਗ੍ਰੰਥ ਹੈ, ਇਹਨਾਂ ਦੇ ਪੁਰਾਣ ਉਹਨਾਂ ਦੇ ਕੁਰਾਨ ਬਹੁਤ ਗਿਆਨ ਦਿੰਦੇ ਆ। ਮੈਂ ਨਹੀਂ ਇਸ ਚੱਕਰ 'ਚ ਪੈਂਦਾ ਗਾ। ਕੋ ਸਤਨਾਮ 10ਵੇਂ ਪਾਤਸ਼ਾਹ ਜੀ ਕਹਿੰਦੇ ਕੌਣ ਚੰਗਾ ਹੈ ਕੌਣ ਮਾੜਾ ਮੈਂ ਨਹੀਂ ਜਾਣਦਾ ਗਾ। ਸਾਧ ਅਸਾਧ ਜਾਣਿਓ ਨਹੀਂ, ਬਾਦ ਸਵਾਦ ਵਿਵਾਦ ਸ੍ਰੀ ਭਗਵਤ ਸ੍ਰੀ ਗ੍ਰੰਥ ਪੂਰਨ ਕੀਓ। ਸ੍ਰੀ ਭਗਵਤ ਕਿਰਪਾ ਪ੍ਰਸਾਦ, ਪਰਮੇਸ਼ਰ ਦੀ ਕਿਰਪਾ ਨਾਲ ਮੇਰਾ ਇਹ ਗ੍ਰੰਥ ਪੂਰਾ ਹੋਇਆ, ਇਹ ਬਾਣੀ ਪੂਰੀ ਹੋਈ। ਮੈਂ ਨਾ ਗਣੇਸ਼ਾ ਪ੍ਰਿਥਮ ਮਨਾਉ, ਕਿਸ਼ਨ ਬਿਸ਼ਨ ਕਬਹੁ ਨ ਧਿਆਉ। ਨਾ ਮੈਂ ਹਿੰਦੂ ਮਤ ਮੁਤਾਬਕ ਪਹਿਲਾਂ ਕਿਸੇ ਗਣੇਸ਼ ਦੀ ਪੂਜਾ ਕਰਾਂ, ਨਾ ਮੈਂ ਕ੍ਰਿਸ਼ਨ ਨੂੰ ਬਿਸ਼ਨ ਨੂੰ ਕਿਸੇ ਨੂੰ ਸਿਮਰਾਂ। ਕਾਨ ਸੁਣੇ ਪਹਿਚਾਨ ਨਾ ਤਿਨਸਿਓ, ਮੇਰੇ ਕੰਨ ਜਿਹਨੂੰ ਸੁਣਦੇ ਆ ਕਿਹਨੂੰ? ਸ਼ਬਦ ਨੂੰ। ਸ਼ਬਦ ਸੁਣਿਆ ਜਾ ਸਕਦਾ ਹੈ, ਸ਼ਬਦ ਤੋਂ ਮਾਰਗਦਰਸ਼ਨ ਲਿਆ ਸਕਦਾ ਹੈ। ਸ਼ਬਦ ਦਾ ਸਰੂਪ ਕੋਈ ਨਹੀਂ ਹੈਗਾ। ਸੜਕਾਂ 'ਤੇ ਲੱਗੇ ਬੋਰਡ ਤੁਹਾਨੂੰ ਇਹ ਦੱਸ ਦੇਣਗੇ ਬਠਿੰਡਾ ਸ਼ਹਿਰ ਇੱਧਰ ਹੈ, ਬਰਨਾਲਾ ਇੱਧਰ ਹੈ, ਪਰ ਸ਼ਬਦ ਦਾ ਸਰੂਪ ਕੋਈ ਨਹੀਂ ਹੈ। ਕਿਸੇ ਨੂੰ ਪੁੱਛ ਲਓਗੇ ਉਹ ਤੁਹਾਨੂੰ ਦੱਸ ਦੂਗਾ ਇਸ ਪਾਸੇ ਜਾ ਵੜਾ, ਪਰ ਜਿਹੜਾ ਉਹਨੇ ਇਸ ਪਾਸੇ ਕਿਹਾ ਉਹ ਵੇਖਿਆ ਤੁਸੀਂ ਆਪਣੀ ਮੰਜ਼ਿਲ ਪ੍ਰਾਪਤ ਕਰ ਸਕਦੇ ਹੋ ਸ਼ਬਦ ਨਾਲ ਜੁੜ ਕੇ, ਪਰ ਸ਼ਬਦ ਦੇਖਿਆ ਨਹੀਂ ਜਾ ਸਕਦਾ, ਸ਼ਬਦ ਫੀਲ ਕੀਤਾ ਜਾ ਸਕਦਾ। ਕਾਨ ਸੁਣੇ ਪਹਿਚਾਨ ਨਾ ਤਿਨਸੋ, ਲਿਵ ਲਾਗੀ ਮੋਰੀ ਪਗ ਇਨਸਿਓ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੈਂ ਸਿਰਫ ਇਹ ਸ਼ਬਦ ਨੂੰ ਮੰਨਦਾ ਹਾਂ, ਜਿਸ ਨੂੰ ਮੈਂ ਸੁਣਦਾ ਤਾਂ ਹਾਂ ਪਰ ਹਜੇ ਚਿਹਰਾ ਨਹੀਂ ਦੇਖਿਆ। ਚਿਹਰਾ ਹੈ ਹੀ ਨਹੀਂਗਾ, ਹੁੰਦਾ ਤਾਂ ਦੇਖਦੇ। ਚੱਕਰ ਚਿਹਨ ਯਾਰ ਵਰਨ ਜਾਤ ਯਾਰ ਪਾਤ ਨਾਹਨ ਜਿਹੇ। ਸ਼ਬਦ ਦਾ ਕੋਈ ਚਿਹਰਾ ਨਹੀਂ ਹੈ, ਕੋਈ ਆਦ ਜੁਗਾਦ ਨਹੀਂ ਹੈ, ਕੋਈ ਆਰੰਭ ਨਹੀਂ ਹੈ। ਸਭ ਤੋਂ ਪਹਿਲਾਂ ਇਹ ਸੀ, ਸਭ ਤੋਂ ਬਾਅਦ ਵੀ ਇਹੀ ਰਹਿਣਾ। ਜਦੋਂ ਕੁਛ ਵੀ ਨਹੀਂ ਸੀ ਉਦੋਂ ਵੀ ਸ਼ਬਦ ਸੀ। ਸਾਇੰਸ ਕਹਿੰਦੀ ਵਿਸਫੋਟ ਹੋਇਆ, ਗੁਰੂ ਸਾਹਿਬ ਕਹਿੰਦੇ ਸ਼ਬਦ ਹੋਇਆ। ਕੀਤਾ ਪਸਾਓ ਏਕੋ ਕਵਾਓ, ਕਵਾਓ ਹੁੰਦਾ ਬੋਲਣਾ। ਜਦੋਂ ਉਹ ਕੂਇਆ ਬੋਲਿਆ ਉਹ ਪਰਮੇਸ਼ਰ ਭਾਵ ਉਹਦੀ ਆਵਾਜ਼ ਆਕਾਸ਼ਬਾਣੀ ਆਵਾਜ਼ ਹੋਈ, ਹੋ ਜਾ ਮੇਰੇ ਵਰਗੇ ਹੋਰ ਵੀ ਬਣ ਜਾਓ। ਤਾਂ ਇਹ ਆਪਾਂ ਸਾਰੇ ਬਣਨੇ ਸ਼ੁਰੂ ਹੋ ਗਏ। ਸਾਚੇ ਤੇ ਪਵਨਾ ਭਇਆ, ਪਵਨਾ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ, ਘਰ ਘਰ ਜੋਤ ਸਮੋਏ। ਇਸ ਤਰ੍ਹਾਂ ਉਸ ਪਰਮੇਸ਼ਰ ਦੇ ਉਸ ਸ਼ਬਦ ਰੂਪੀ ਆਵਾਜ਼ ਰੂਪੀ ਸ਼ਬਦ ਤੋਂ ਹੀ ਆਪਾਂ ਸਾਰੇ ਬਣੇ ਆ। ਜਦ ਬੋਲਿਆ ਤੇ ਉਸ ਤੋਂ ਹਵਾ ਪੈਦਾ ਹੋਈ, ਹਵਾ ਠੰਡੀ ਹੋ ਕੇ ਪਾਣੀ ਬਣਿਆ, ਤੇ ਪਾਣੀ ਤੋਂ ਕੀੜੇ ਮਕੌੜੇ ਪਤੰਗੇ ਪੰਛੀ ਫਿਰ ਚੁਪਾਏ, ਤੇ ਇਹਨਾਂ ਦੇ ਵਿੱਚੋਂ ਹੀ ਇੱਕ ਮਨੁੱਖ ਵੀ ਬਣਿਆ। ਉਹ ਸਤਨਾਮ ਸ੍ਰੀ ਧਰਤੀ ਦਾ ਰਾਜਾ ਜੋ ਸਾਚੇ ਤੇ ਪਵਨਾ ਭਇਆ, ਪਵਨਾ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਦਾ ਅੰਤ ਕੋਈ ਨਹੀਂ ਹੈ। ਚੱਕਰ ਚਿਹਨ ਯਾਰ ਵਰਨ ਜਾਤ ਯਾਰ ਪਾਤ ਨਾਹਨ ਜਿਹੇ, ਰੂਪ ਰੰਗ ਯਾਰ ਰੇਖ ਪੇ ਕੋ ਕਹਿ ਨਾ ਸਕਤ ਕਹੇ। ਅਚਲ ਮੂਰਤਿ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ। ਉਹ ਅਚਲ ਸਦਾ ਰਹਿਣ ਵਾਲਾ। ਸਾਥੋਂ ਪਹਿਲਾਂ ਸਾਡੇ ਦਾਦੇ ਪੜਦਾਦੇ ਆਏ ਚਲੇ ਗਏ, 500 ਸਾਲ ਤੋਂ ਇਹ ਸ਼ਬਦ ਵੀ ਪ੍ਰਕਾਸ਼ ਹੋ ਗਿਆ। ਪਹਿਲਾਂ ਇਹ ਸ਼ਬਦ ਗੁਪਤ ਸੀਗਾ, ਇਹ ਸ਼ਬਦ ਸਤਿਗੁਰਾਂ ਨੇ ਪ੍ਰਗਟ ਕਰਕੇ ਦੱਸ ਦਿੱਤਾ ਕਿ ਆਹ ਗੁਰੂ ਹੈ। ਅਸਲ ਵਿੱਚ ਸਰੀਰ ਗੁਰੂ ਨਹੀਂ ਹੈ। ਕਿਸੇ ਸਰੀਰ ਨਾਲ ਨਹੀਂ ਜੁੜਨਾ, ਕਿਸੇ ਬੁੱਤ ਪੂਜਾ ਨਾਲ ਨਹੀਂ ਜੁੜਨਾ, ਕਿਸੇ ਮੂਰਤੀ ਨਾਲ ਨਹੀਂ ਜੁੜਨਾ, ਕਿਸੇ ਸੰਸਾਰੀ ਰਾਮ ਰਹੀਮ ਨਾਲ ਨਹੀਂ ਜੁੜਨਾ ਗਾ। 4 ਤਰ੍ਹਾਂ ਦੇ ਰਾਮ ਹੈ। ਜਿਹੜਾ ਦੁਨੀਆ ਮੰਨਦੀ ਹੈ ਉਹ ਦਸ਼ਰਥ ਦਾ ਪੁੱਤਰ ਹੈ। ਜਿਹੜਾ ਗੁਰਬਾਣੀ ਮੰਨਦੀ ਹੈ, ਗੁਰਮਤ ਮੰਨਦੀ ਹੈ, ਉਹ ਰਾਮ ਹੈ ਜਿਹੜਾ ਸਾਰਿਆਂ ਵਿੱਚ ਸਮਾਇਆ ਹੋਇਆ। ਫਕੀਰ ਕਹਿੰਦੇ ਆ ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ ਘਟ ਮੈਂ ਲੇਟਾ। ਇੱਕ ਰਾਮ ਦਸ਼ਰਥ ਦਾ ਪੁੱਤਰ ਹੋਇਆ, ਉਹ ਰਾਜਾ ਹੋਇਆ, ਰੱਬ ਨਹੀਂ ਸੀਗਾ। ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ ਘਟ ਮੈਂ ਲੇਟਾ। ਜਿਹੜੀ ਸਾਡੇ ਵਿੱਚ ਜੀਵ ਆਤਮਾ ਹੈ, ਇਹ ਵੀ ਰਾਮ ਉਸ ਪਰਮੇਸ਼ਰ ਦੀ ਅੰਸ਼ ਹੈ। ਏਕ ਰਾਮ ਕਾ ਸਗਲ ਪਸਾਰਾ, ਇੱਕ ਉਹ ਰਾਮ ਜਿਹਨੇ ਸਾਨੂੰ ਸਾਰਿਆਂ ਨੂੰ ਬਣਾਇਆ ਹੈ।
जिन उपाई रंग रवाई बैठा वेखै वख अकेला, जिन्हों अकाल पुरख कहते आ, जिन्हों वाहिगुरु कहते आ, जिहड़ा काल तो समय तो बाहर है, जिहदी आरंभता दा अंत दा किसी नूं कोई पता नहीं। एक राम का सगल पसारा, एक राम तीनों ते न्यारा, एक राम इन्हां तो भी परे रहिंदा है। चार राम हो गए। तुसीं किहड़े राम की गल करदे हो? जिहड़े राम नूं फकीरां ने जपिया, कबीर साहब वर्गे भगतां ने जपिया, जिस राम की गल गुरबाणी विच कीती गई है, स्पष्ट करके कीती गई है। कबीर माला फेरू ना हर भजो, मुख ते कहूँ ना राम, मेरा राम मुझको भजे तां पाऊँ विश्राम। उत्थे की है कि मेरी आत्मा राम है जिहड़ा वो अंदर बैठा, जदों याद करदा मैनूं फिर शांति आउंदी है। जे रामचंद्र की गल करनी पई तो स्पष्ट लिखना पिया। भगत नामदेव जी कहते पांडे तुमरा रामचंद भी देखिया था। उत्थे नाल चंद शब्द लाया गया है कि दशरथ का पुत्र है रामचंद। पांडे तुमरा रामचंद भी देखिया था, रावण सेती सरबर होई, घर की जोए गवाई थी। ओही रामचंद्र जी की रावण नाल लड़ाई हुई, जिन्हें आपकी घरवाली गवा ली सी सीता। इत्थे रामचंद्र रब नहीं हैगा, इत्थे रामचंद्र एक मनुख है, एक राजा है, दशरथ का पुत्र है। होर भी लिखिया राम गयो रावण गयो, वो भी राम ओही दशरथ का पुत्र है, क्योंकि रावण दे नाल ओही राम आया। को सतनाम सी। परमेश्वर राम तो जाता आउंदा ही नहीं, वो तो हर थां ते व्यापक है। प्रीतम जी कहते जां दुख लागै तां तुझे संभाली, जदों मैनू दुख लगदा है ते मैं तैनू याद करदा हां। जां दुख लागै तां तुझे संभाली, रहाओ तू भरपूर जानिया मैं दूर। दुनिया नूं जो भुलेखा पिया बाबा नानक जी कढ रहे हैं, जो सैदो घिओ नूं भुलेखा पिया वो भी इस शब्द विचों निकल रहा है। सैदो घिओ ने सोचिया शायद बाबा नानक वन देवते की जल देवते की पूजा करन जांदा है, पर उत्थे जाके पता लग्या भी नहीं, ये नानक तो सब दा परमेश्वर है, सब दा पूजन योग है। भै विच पवन वहै सदवाओ, भै विच चलै लख दरियाओ, उस अकाल पुरख दा स्थूल स्वरूप दुनिया विच आप नरैन कला धार जग में परवरिओ। पर इत्थे फिर गल याद करने वाली है कि किते भी बाबे नानक जां 10 गुरुआं ने यह नहीं कहा कि मैं ही रब हाँ मैनू पूजिओ। ये गलती उन्हां पिछले युगां च हो गई, राम कृष्ण आदि उन्हां युगां च हो गई। और जदों वो अवतार चले गए अपना काम करके, 10 अवतार राजे होए वरते, वो राजे अवतार हैं। ये 10 गुरु अवतार है। कोई सतनाम, ये फर्क हैगा, इस फर्क नूं समझना चाहिए। ये गुरु अवतार है और राजे अवतार है। चलो उन्होंने भी संसार के भले वास्ते जंग युद्ध किए, अपने थां ते वो भी ठीक होणगे उस समय। पर जदों वो चले गए संसार चों ते लोकां ने की किया, असली राम नूं भुला के, उस परमेश्वर नूं भुला के, उस रामचंद्र दीयां मूर्तियां बना के उन्हां दी पूजा आरंभ कर दिती अते मकसद तो भटक गए, असलीयत नूं भुल गए। सतगुरां ने उसे असली नूं प्रगट करने वास्ते 10वें पातशाह जी नूं ये कहना पिया बई मेरी फोटो बना के ना बह जिओ किते, मैं रब नहीं हाँ। हाँ जे मेरा असली रूप देखना चाहते हो तो मैं दस दिना जिहड़ा मेरा असली रूप है, तुसीं उहदे नाल जुड़ जिओ, वो सदा रहने वाला है। वो है मेरा रूप ग्रंथ जी जान, इसमें भेद न रंचक मान, ग्रंथ भी शब्द है ते शब्द सदा रहने वाला है। कोई सतनाम श्री। मेरा रूप ग्रंथ जी जान, इसमें भेद न रंचक मान, जो मुझ बचन करन की चाहे, ग्रंथ विचार सुनो चित लाए। आत्मा ग्रंथ, जे मेरी आत्मा देखनी है तो फिर मैं शब्द हाँ, जे मेरा शरीर देखना है, शरीर मेरा पंथ जानो, शरीर करके मैं खालसा पंथ का रूप हाँ, ये विचे विचरांगा। आत्मा करके मैं शब्द चो बोलांगा, बाणी चो बोलांगा। आत्मा ग्रंथ ते शरीर मेरा पंथ जानो, जो मुझ बचन करन की चाहे। जदों मैं ना गल करनी होवे गुरबाणी पढ़ लियो,
ਤੁਹਾਡੇ ਸ਼ੰਕਿਆਂ ਦਾ, ਸੰਸਿਆਂ ਦਾ, ਭਰਮਾਂ ਦਾ, ਸਵਾਲ ਦਾ ਜਵਾਬ ਜਿਹੜਾ ਬਾਣੀ ਚੋਂ ਮਿਲ ਜੂਗਾ। ਜੋ ਮੁਝ ਬਚਨ ਕਰਨ ਕੀ ਚਾਹੇ, ਗ੍ਰੰਥ ਵਿਚਾਰ ਸੁਣੋ ਚਿੱਤ ਲਾਏ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ, ਉਹ ਸੈਦੋ ਕਹਿਓ ਕਿ ਆ ਪਰਮੇਸ਼ਰ ਦਾ ਮੈਂ ਤੈਨੂੰ ਅੰਤ ਦੱਸਾਂ। ਉਹ ਦਰਿਆ ਹੈ ਤੇ ਮੈਂ ਇੱਕ ਨਿੱਕੀ ਜੀ ਮੱਛੀ ਆ, ਮੱਛੀ ਕੀ ਅੰਤ ਕਹਿ ਸਕਦੀ ਆ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਜੈ ਜੈ ਦੇਖਾਂ ਤਹਿ ਤਹਿ ਤੂੰ ਹੈ, ਰੱਬ ਕਿੱਥੇ ਆ ਇੱਕ ਮਨੁੱਖ। ਸਾਧੂ ਨੂੰ ਕਹਿਣ ਲੱਗਿਆ, ਬਾਬਾ ਰੱਬ ਦਿਖਾਓ। ਕਹਿੰਦਾ ਰੱਬ ਦੇਖਣ ਵਾਲੀ ਚੀਜ਼ ਨਹੀਂ, ਫੀਲ ਕੀਤਾ ਜਾਂਦਾ, ਸਭ ਦੇ ਅੰਦਰ ਹੈ, ਸਭ ਦੇ ਬਾਹਰ ਵੀ ਹੈ। ਕਹਿੰਦਾ ਨਹੀਂ, ਸਾਰੇ ਕਹਿੰਦੇ ਆ ਰੱਬ ਦਿਖਾਓ, ਰੱਬ ਹੈਗਾ, ਰੱਬ ਹੈਗਾ, ਦਿਖਾਓ। ਕਹਿੰਦੇ ਕੋਈ ਨਹੀਂ, ਫਿਰ ਕੱਲ੍ਹ ਨੂੰ ਦਿਖਾ ਦਿਆਂਗੇ, ਦੁੱਧ ਲੈ ਕੇ ਆਈ ਕਿਲੋ। ਕਹਿੰਦਾ ਚੰਗਾ ਜੀ। ਹੁਣ ਸੋਚਿਆ ਦੁੱਧ ਪੀਣ ਵਾਸਤੇ ਮੰਗਾਇਆ ਹੋਊਗਾ, ਲਿਜਾ ਕੇ ਡੋਲੂ ਦੁੱਧ ਦਾ ਰੱਖਤਾ ਸਾਧ ਕੋਲੇ, ਲਓ ਬਾਬਾ ਜੀ ਦੁੱਧ ਲਿਆਂਦਾ, ਛਕ ਲਓ, ਨਾਲੇ ਦੱਸੋ ਕੱਲ੍ਹ ਵਾਲਾ ਸਵਾਲ ਰੱਬ ਕਿੱਥੇ ਹੈ। ਤੇ ਸਾਧੂ ਉਸ ਦੁੱਧ ਦੇ ਵਿੱਚ ਉਂਗਲ ਮਾਰਨ ਲੱਗ ਪਿਆ। ਕਿੰਨਾ ਚਿਰ ਉਂਗਲ ਮਾਰੀ ਗਿਆ। ਉਹ ਬੈਠਾ ਗਿਆ, ਵੇਖੀ ਗਿਆ ਨੌਜਵਾਨ। ਕਹਿੰਦਾ ਬਾਬਾ ਜੀ ਇਹ 'ਚ ਕੀ ਭਾਲਦੇ ਹੋ, ਮਿੱਠਾ ਤਾਂ ਪਾਇਆ ਹੋਇਆ। ਉਹ ਕਹਿੰਦੇ ਮਿੱਠਾ ਤਾਂ ਪਾਇਆ, ਮੈਂ ਤਾਂ ਇਹ 'ਚੋਂ ਘਿਓ ਭਾਲਦਾ ਸੀਗਾ। ਕਹਿੰਦੇ ਘਿਓ ਹੁੰਦਾ? ਕਹਿੰਦਾ ਹਾਂ ਜੀ ਘਿਓ ਤਾਂ ਹੁੰਦਾ। ਫਿਰ ਕਹਿੰਦੇ ਨਿਕਲਦਾ ਕਿਉਂ ਨਹੀਂ, ਮੈਂ ਉਂਗਲ ਮਾਰੀ ਜਾਂਦਾ। ਉਹ ਕਹਿੰਦਾ ਐਂ ਥੋੜ੍ਹਾ ਨਿਕਲੂਗਾ, ਇਹ ਗਰਮ ਕਰਨਾ ਪੈਂਦਾ, ਜਮਾਉਣਾ ਪੈਂਦਾ, ਰਿੜਕਣਾ ਪੈਂਦਾ, ਫਿਰ ਕਿਤੇ ਜਾ ਕੇ ਦੁੱਧ ਨਿਕਲਦਾ ਘਿਓ। ਕਹਿੰਦੇ ਘਿਓ ਕੱਢਣ ਵਾਸਤੇ ਇੰਨਾ ਕੁਛ ਕਰਨਾ ਪੈਂਦਾ ਤੇ ਰੱਬ ਤੈਨੂੰ ਐਂ ਨਿਕਲ ਜੂਗਾ। ਉਹਨੂੰ ਵੀ ਕੱਢਣ ਵਾਸਤੇ ਕੁਛ ਕਰਨਾ ਪੈਂਦਾ, ਤੁਰੇ ਜਾਂਦੇ ਰੱਬ ਨਹੀਂ ਲੱਭਦਾ ਹੁੰਦਾ। ਕੋ ਸਤਨਾਮ ਸ੍ਰੀ। ਇਸ ਕਰਕੇ ਮਹਾਂਪੁਰਸ਼ਾਂ ਨੇ ਅਸਲ ਵਿੱਚ ਤਾਂ ਕਿਹਾ ਕਿ ਉਹ ਸਾਰਿਆਂ ਦੇ ਅੰਦਰ ਬਾਹਰ ਹਰ ਥਾਂ 'ਤੇ ਫੈਲਿਆ ਹੋਇਆ ਹੈ। ਜਿਵੇਂ ਮੱਛੀ ਦੇ ਦੁਆਲੇ ਪਾਣੀ ਫੈਲਿਆ ਹੋਇਆ, ਜਿੱਥੋਂ ਤੱਕ ਦੇਖਦੀ ਹੈ ਸਮੁੰਦਰੀ ਸਮੁੰਦਰ ਹੈ। ਜੈ ਜੈ ਦੇਖਾਂ ਤਹਿ ਤਹਿ ਤੂੰ ਹੈ, ਤੋਇਤੇ ਨਿਕਸੀ ਫੂਟ ਮਰਾਂ। ਨਾ ਜਾਣਾ ਮੇਓ ਨਾ ਜਾਣਾ ਜਾਲੀ, ਨਾ ਮੈਨੂੰ ਬਚਣ ਦਾ ਢੰਗ ਹੈ ਕੋਈ ਮਲਾਹ ਬਚਾਵੇਗਾ, ਔਰ ਨਾ ਮੈਨੂੰ ਫਸਣ ਦਾ ਪਤਾ ਕਿ ਕਿਹੜਾ ਜਾਲੀ, ਕਿਹੜਾ ਸ਼ਿਕਾਰੀ ਆ ਕੇ ਮੈਨੂੰ ਫਸਾ ਲਵੇਗਾ। ਬਸ ਇੱਕੋ ਹੀ ਪਤਾ ਹੈ, ਜਾਂ ਦੁੱਖ ਲੱਗ ਗਿਆ ਤਾਂ ਤੁਝੇ ਸੰਭਾਲੀ। ਸੁੱਖ ਵਿੱਚ ਤਾਂ ਘੱਟ ਹੀ ਯਾਦ ਕਰਦੇ ਆ, ਜਾਂ ਦੁੱਖ ਆਉਂਦਾ ਫਿਰ ਰੱਬ ਨੂੰ ਯਾਦ ਕਰਦੇ ਆ। ਇੰਨਾ ਪਤਾ ਜਦੋਂ ਮੈਨੂੰ ਦੁੱਖ ਲੱਗਿਆ ਮੈਂ ਤੈਨੂੰ ਯਾਦ ਕਰਾਂਗਾ, ਹੋਰ ਕਿਸੇ ਨੂੰ ਨਹੀਂ। ਰਹਾਉ ਤੂੰ ਭਰਪੂਰ ਜਾਣਿਆ ਮੈਂ ਦੂਰ। ਅਸੀਂ ਉਸ ਨੂੰ ਦੂਰ ਸਮਝਦੇ ਹਾਂ, ਗਾਵੇ ਕੋ ਜਾਪੈ ਦਿਸੈ ਦੂਰ। ਤੇ ਜਿਨ੍ਹਾਂ ਨੇ ਫੀਲ ਕਰ ਲਿਆ, ਗਾਵੇ ਕੋ ਵੇਖੈ ਹਾਜ਼ਰਾ ਹਦੂਰ, ਉਹ ਉਹਨਾਂ ਨੂੰ ਹਰ ਥਾਂ 'ਤੇ ਵੇਖ ਕੇ ਗਾਉਂਦੇ ਹੈ। ਜਿਵੇਂ ਨਾਮਦੇਵ ਜੀ ਨੂੰ ਬਚਪਨ ਵਿੱਚ ਪਹਿਲਾਂ ਦਰਸ਼ਨ ਹੋਏ, दूध पियाए भगत घर गया, नामे हर का दर्शन पया। फिर तो बस जदों कोई घटना घटनी उन्होंने वेखना भी ये ही है, ये भी कृष्ण है। जे कुत्ता रोटियां चक के भज गया तो मगर घ्यो का डब्बा लैके गया, ना कि सोटी लैके गया, आप डरला मार दे। ये घ्यो ले जाके मगर भजया जाता, कहना है ठाकुर रूखी ना खायो, अपना बांटा लैके जाओ, भी रोटियां नाल घ्यो भी ला लै, रुखियां ना खाओ। वावा चिर भजे, अगे जाके किते उल्ले हो गया कुत्ता, ते मगरे नामदेव पहुँच गए। ते की वेखदे उत्थे कुत्ता तो है नहीं, कहते ओह जिसनों मनदे है ठाकुर विठल परमेश्वर, वो सामने हाथ विच रोटियां फड़ के बैठा है। ते नामदेव पहुँच कहते महाराज बड़े भजे, बड़ा भजाया, तुसीं घ्यो लै लैंदे। वो कहते नामिया तो मैनू कुत्तियां विच भी वेख लिया। को सतनाम जो कही दिता घट घट मैं हरजू वसै, पर फिर अवस्था बन गई, फिर हर थां ते ओह है जिवें भाई कन्हैया जी दुश्मनां विच भी ते मित्रां विच भी परमेश्वर नूं देखदे हन। प्रीतम जी कहंदे मैनू नहीं पता मैनू कित्थे सुख है ते कित्थे दुख है, मैं तैनू दुखां सुखां विच संभालां। तू भरपूर जानिया मैं दूर, जो कछ करी सो तेरा हदूर। ते मैं जो भी करदा मैनू पता है कि तू उहनूं देख रहे हैं। ये गल भी मन के चलनी, प्रेम भी होवे ते डर भी होवे। जो भी काम असीं करिए उसनूं ये सोच के करिए कि मेरा मालक देख रहा है, किते मैं मालक दे गुरु दे एंटी तां नहीं जा रहा। जे ये गल मन के चलीए तो गुरु अज भी साडे नाल ही आ। प्रीतम जी कहंदे जो कछ करी सो तेरा हदूर, तू देखे
हूँ मुकर पाऊँ पर मैं किड्डा मूर्ख हाँ, मैं गलतियां करके मुकरन की कोशिश करदा, मैं रब नूं की पता है, पर मैनू पता है भी तू जानदा है। तेरा काम ना तेरा नाए, ना तैथों काम लुकिया साडे कारज लुके है, ते ना ही किरपा कर साथों तेरा नाम छुटे। जेता दे तेता हो खाओ, जो तू देवे मैं ओ खांदा हाँ, ब्याह दर ना ही कै दर जाओ। सैदो घिओ कहंदा ना, बाबा नानक तड़के उठ के रावी ते जल देवते नूं पूजन जांदा है। कहंदे होए सैदो ਉਹ परमेश्वर तो बगैर होर कोई ਟਿਕਾਣਾ ही नहीं साडे दे लई, असीं किहड़े दर ते जाना है पूजन वास्ते। को सतनाम श्री। जिस तरह ਮੋਹਣੀਆਂ ਇਸਤਰੀਆਂ ਸੰਗਲਾ ਦੀਪ ਦੇ ਵਿੱਚ ਰਾਜੇ ਦੀਆਂ ਭੇਜੀਆਂ ਹੋਈਆਂ ਬੀਬੀਆਂ ਉਹ ਸਾਧਾਂ ਨੂੰ ਪਰਖਣ ਵਾਸਤੇ ਆਉਂਦੀਆਂ, ਕਿਉਂਕਿ ਬਹੁਤ ਸਾਰੇ ਸਾਧ ਉੱਥੇ ਨਾਨਕ ਬਣ ਕੇ ਜਾਣ ਲੱਗੇ, ਕਿਉਂਕਿ ਰਾਜੇ ਨੂੰ ਨਾਨਕ ਜੀ ਨੂੰ ਮਿਲਣ ਦੀ ਇੱਛਾ ਪੈਦਾ ਹੋ ਗਈ ਸੀ, ਵਿਰਾਗਵਾਨ ਹੋ ਗਿਆ ਸੀ। ਤੇ ਸਾਧਾਂ ਨੇ ਸੋਚਿਆ, ਪਖੰਡੀਆਂ ਨੇ, ਬਈ ਰਾਜਾ ਗੁਰੂ ਬਣਾਉਣਾ ਚਾਹੁੰਦਾ, ਚਲੋ ਆਪਾਂ ਬਣ ਜਾਈਏ, ਜਿਹਦਾ ਰਾਜਾ ਚੇਲਾ ਜੋ ਮਰਜ਼ੀ ਲਈ ਚੱਲੋ। ਕਈ ਨਾਨਕ ਬਣ ਕੇ ਜਾਂਦੇ ਉੱਥੇ। 2-3 ਵਾਰ ਤਾਂ ਵਿਰਾਗਵਾਨ ਰਾਜਾ ਭੱਜ ਕੇ ਆਇਆ, ਪਰ ਜਦ ਜੱਜਮੈਂਟ ਕੀਤੀ, ਐਡਰੈਸ ਪਤਾ ਕੀਤਾ, ਖੋਜ ਕੀਤੀ ਤਾਂ ਪਤਾ ਲੱਗਿਆ ਵੀ ਤਾਂ ਪਖੰਡੀ ਆ। ਰਾਜਾ ਫਿਰ ਥੱਕ ਗਿਆ ਤੇ ਕਹਿਣ ਲੱਗਿਆ ਵਜ਼ੀਰ ਨੂੰ, ਕਹਿੰਦਾ ਯਾਰ ਤਾਂ ਪਖੰਡੀ ਆਉਣ ਲੱਗ ਪਏ ਨਾਨਕ ਬਣ ਕੇ, ਹੁਣ ਮੈਂ ਕੀ ਕਰਾਂ। ਵਜ਼ੀਰ ਕਹਿੰਦਾ ਜਿਹੜਾ ਪਖੰਡੀ ਆ ਉਹ ਤਿਲਕ ਜਾਂਦਾ ਛੇਤੀ, ਆਪਾਂ ਇਸਤਰੀਆਂ ਡਿਊਟੀ ਲਾ ਲਈਏ, ਫਫੇ ਕੁੱਟਣੀ ਆ, ਇਸਤਰੀਆਂ ਡਿਊਟੀ ਲਾਈ ਆ। ਜੇ ਕੋਈ ਚੋਰ ਡਾਕੂ ਊਣਾ ਨਾ ਮੰਨੇ, ਉਹ ਫਫੇ ਕੁੱਟਣੀਆਂ ਇਸਤਰੀਆਂ ਆਪਣੇ ਪਿਆਰ ਵਿੱਚ ਭੁਲੋ ਕੇ ਮਨਾ ਲੈਂਦੀਆਂ, ਕਦੇ ਨਾ ਕਦੇ ਮੂੰਹ 'ਚੋਂ ਗੱਲ ਨਿਕਲ ਜਾਂਦੀ ਹੈ ਸੱਚੀ। ਉਹ ਫਿਰ ਆਉਂਦੀਆਂ ਤੇ ਉਹ ਪਹੁੰਚੀਆਂ, ਤੇ ਜਦ ਬਾਬਾ ਨਾਨਕ ਜੀ ਗਏ ਤੇ ਉਦੋਂ ਵੀ ਫਿਰ ਆਈਆਂ। ਇਹ ਬਾਗ ਜਾ ਕੇ ਬਹਿ ਗਏ, ਬਾਗ ਹਰਾ ਹੋ ਗਿਆ। ਉਹਨੇ ਸੋਚਿਆ ਵੀ ਚਲੋ ਰਿੱਧੀਆਂ ਸਿੱਧੀਆਂ ਨਾਲ ਹੋ ਜਾਂਦਾ ਹੁਣ। ਪਹਿਲਾਂ ਰਾਜੇ ਨੇ ਕਾਫੀ ਵਸਤੂਆਂ ਭੇਜੀਆਂ, ਪਾਤਸ਼ਾਹ ਨੇ ਜਵਾਬ ਦੇ ਦਿੱਤਾ। ਫਿਰ ਉਹ ਇਸਤਰੀਆਂ ਆ ਗਈਆਂ, ਕਹਿੰਦੀਆਂ ਬਾਬਾ ਜੀ ਸਾਨੂੰ ਰਾਜਾ ਸਾਹਿਬ ਨੇ ਤੁਹਾਡੀ ਸੇਵਾ 'ਚ ਭੇਜਿਆ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਗਾਛੋ ਪੁੱਤਰੀ ਰਾਜ ਕੁਆਰ, ਨਾ ਬਣੋ ਸੱਚ ਦੌੜ ਸਵਾਰ। ਦਿਮਾਗ ਨੂੰ ਟਿਕਾਣੇ ਕਰੋ, ਸੇਵਾ ਕਰਨੀ ਤੇ ਆਪਦੇ ਪਤੀ ਦੀ ਕਰੋ, ਸਾਨੂੰ ਸੇਵਾ ਦੀ ਲੋੜ ਨਹੀਂ ਹੈ। ਉਹ ਕਹਿੰਦੀਆਂ ਬਾਬਾ ਜੀ ਇੱਥੇ ਬਹੁਤ ਸਾਧ ਆਏ ਤੁਹਾਡੇ ਵਰਗੇ, ਅਸੀਂ ਸੇਵਾ ਕਰਦੀਆਂ। ਪਾਤਸ਼ਾਹ ਕਹਿੰਦੇ ਉਹ ਸਾਧ ਨਹੀਂ ਹੋਣੇ, ਉਹ ਕਾਂ ਹੋਣਗੇ। ਜਗ ਕਊਆ ਨਾਮ ਨਹੀਂ ਚੀਤ, ਬਾਣੀ ਦਾ ਸ਼ਬਦ ਹੈ ਇਹ ਜਿਹੜਾ ਸੰਗਲਾ ਦੀਪ ਜਾ ਕੇ ਉਚਾਰਿਆ। ਕਹੋ ਸਤਨਾਮ ਸ੍ਰੀ। ਜਗ ਕਊਆ ਨਾਮ ਨਹੀਂ ਚੀਤ, ਨਾਮ ਵਿਸਾਰ ਗਿਰਿਆ ਦੇਖ ਭੀਤ। ਨਾਮ ਨੂੰ ਵਿਸਾਰ ਕੇ ਜਿੱਥੇ ਬੁਰਕੀ ਦੇਖਦੇ ਆ, ਵਿਕਾਰਾਂ ਦੀ ਬੁਰਕੀ, ਉੱਥੇ ਕਾਂ ਵਾਂਗੂ ਡਿੱਗ ਪੈਂਦੇ ਆ। ਰਾਜੇ ਦਾ ਵਜ਼ੀਰ ਵੀ ਨਾਲ ਹੈ। ਬੀਬੀਆਂ ਨੇ ਅਨੇਕਾਂ ਹੀ ਉੱਥੇ ਢੰਗ ਵਰਤੇ ਕਿ ਸ਼ਾਇਦ ਇਹ ਜਿਹੜਾ ਨਵਾਂ ਸਾਧ ਆਇਆ ਆਪਣੇ ਆਪ ਨੂੰ ਨਾਨਕ ਦੱਸਦਾ ਹੈ, ਇੱਥੇ ਆ ਕੇ ਬੈਠਾ, ਵੇਖੀਏ ਭਲਾ ਅਸਲੀ ਹੈ ਕਿ ਨਕਲੀ ਹੈ। ਪਰ ਧੰਨ ਗੁਰੂ ਨਾਨਕ ਦੇਵ ਜੀ ਅਖੀਰ ਤੇ ਕਹਿੰਦੇ, ਮਾਟੀ ਫੁੱਲੀ ਰੂਪ ਵਿਕਾਰ, ਗਾਛੋ ਪੁੱਤਰੀ ਰਾਜ ਕੁਆਰ। ਨਾਮ ਪੜੋ ਸੱਚ ਦੌਤ ਸਵਾਰ, ਸੱਚ ਨਾਲ ਜੁੜੋ ਨਾਮ ਜਪੋ। ਤੁਸੀਂ ਮੈਨੂੰ ਮੋਹਣ ਆਈਓ, ਗੁਰ ਕੇ ਸ਼ਬਦ ਪਛਾਨਾ ਤੋਹੇ। ਇਹ ਗੁਰੂ ਦੀ ਕਿਰਪਾ ਸਦਕਾ ਮੈਂ ਤੁਹਾਨੂੰ ਪਛਾਣ ਲਿਆ, ਤੁਸੀਂ ਲੈਣ ਕੀ ਆਈ ਹੋ। ਮੋਹਣ ਮੋਹੇ ਲਿਆ ਮਨ ਮੋਹੇ। ਓਏ ਮੈਨੂੰ ਤਾਂ ਅਕਾਲ ਨੇ ਮੋਹ ਲਿਆ, ਹੁਣ ਮੈਨੂੰ ਉਹ ਤੋਂ ਚੰਗਾ ਕੋਈ ਲੱਗਦਾ ਹੀ ਨਹੀਂ। ਕਹੋ ਸਤਨਾਮ। ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੈ ਨਹੀਂ ਆਨੇ। ਮੋਹਣ ਮੋਹੇ ਲਿਆ ਮਨ ਮੋਹੇ, ਗੁਰ ਕੇ ਸ਼ਬਦ ਪਛਾਨਾ ਤੋਹੇ। ਨਾਨਕ ਠਾਡਾ ਚਾਹੇ ਦੁਆਰ। ਇਹ ਨਾਨਕ ਤਾਂ ਪਰਮੇਸ਼ਰ ਦਾ ਦਰ ਮੰਗਦਾ, ਹੋਰ ਕੁਛ ਨਹੀਂ ਚਾਹੁੰਦਾ। ਜਾਓ ਵਗ ਜਾਓ, ਮੁੜ ਜਾਓ। ਅਖੀਰ ਜਾ ਕੇ ਉਹਨਾਂ ਇਸਤਰੀਆਂ ਨੇ, ਵਜ਼ੀਰ ਨੇ ਰਿਪੋਰਟ ਦਿੱਤੀ ਰਾਜੇ ਨੂੰ, ਰਾਜਾ ਸਾਹਿਬ ਇਹ ਸਾਨੂੰ ਅਸਲੀ ਨਾਨਕ ਲੱਗਦੇ ਨੇ, ਇਹ ਕਿਸੇ ਗੱਲ 'ਤੇ ਵੀ ਭਰਮੇ ਨਹੀਂ। ਫਿਰ ਰਾਜੇ ਨੇ ਵੀ ਆ ਕੇ ਪਰਖਣ ਦੀ ਕੋਸ਼ਿਸ਼ ਕੀਤੀ, ਫਿਰ ਬਾਬੇ ਨਾਨਕ ਨੇ ਵੀ ਪਰਖਿਆ ਰਾਜੇ ਨੂੰ, ਫਿਰ ਤਸੱਲੀ ਹੋ ਗਈ। ਫਿਰ ਰਾਜੇ ਦਾ ਉਧਾਰ ਵੀ ਕੀਤਾ, ਸੰਗਲਾ ਦੀਪ ਦੇ ਵਿੱਚ ਕਈ ਦਿਨ ਰਹਿ ਕੇ ਪ੍ਰਚਾਰ ਵੀ ਕੀਤਾ ਤੇ ਰਾਜੇ ਨੂੰ ਵੀ ਗਿਆਨ ਦਿੱਤਾ। ਇਸ ਕਰਕੇ ਬਾਬਾ ਜੀ ਕਹਿੰਦੇ ਮੈਨੂੰ ਕੁਛ ਨਹੀਂ ਚਾਹੀਦਾ, ਤੇਰੇ ਕੰਮਾਂ ਦੇ ਬਾਰੇ ਮੈਂ ਕੁਛ ਕਹਿ ਨਹੀਂ ਸਕਦਾ। ਤੇਰਾ ਨਾਮ ਬੜਾ ਵਿਸ਼ਾਲ ਹੈ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਜੇਤਾ ਦੇ ਤੇਤਾ ਹੋ ਖਾਓ, ਜੋ ਤੂੰ ਦਿਨਾ ਮੈਨੂੰ ਉਸੇ ਤੇ ਹੀ ਸ਼ੁਕਰ ਹੈ, ਸਬਰ ਹੈ।
ब्याह दर नाही कै दर जाओ, मैनू होर कोई रस्ता नहीं दिसदा, दस मैं कित्थे जावां। नानक एक कहे अरदास, जियो पिंड सब तेरे पास। ये नानक बेनती करदा है कि मेरी आत्मा मेरा शरीर ये सब कुछ तेरा ही है। आपे नेड़ दूर आपे ही, आपे मंझ म्यानो। सैदो रब दा क्या पाउणा, वो दूर भी है, वो नेड़े भी है, वो मंझ बिच भी है। म्यानो जिवें म्यान विच तलवार हुंदी है, ऐदां कोई सतनाम सी साडे शरीर दे अंदर ही। आषाढ़ी वार का बचन है, सूखम मूरत नाम निरंजन। सूखम मूरत जो साडा सूखम शरीर है ना, जो इस निकल के जाता शरीर चों। तीन शरीर है, एक अस्थूल बाडी जिहड़ी साडे कोल रह जाती है दुनिया कोले, दूजा सूखम, तीजा कारण। कारण शरीर वो है जिहदे करके बनिया, ते सूखम वो है जिहदे करके चलदा फिरदा है। वो सूखम भी इहदे वर्गा ही है जिहड़ा चों निकल के जाता है। सूखम मूरत नाम निरंजन, ओदा नाम है परमेश्वर। आत्मा परमात्मा उसे नूं कहंदे है। कहो कबीर अब कही है काहे, साध संगत बैकुंठे आहे। इसे तरह पातशाह कहते हैं थित्तां वारां विच, सत है सत कर बाचा जान। ये गल सच्ची मान ला, आत्मा राम लेहो परवान। ये आत्मा ही राम है। इस करके भुलेखा निकल गया ना, चार राम है। ਜਿਹੜੇ राम नूं दुनिया पूजदी फिरदी आ, ਉਹ रामचंद्र राजे दशरथ का बेटा एक राजा होया, मनुख होया, कोई राम रब नहीं होया। ਉਹ गुरु गोबिंद सिंह जी भी अपने आप नूं कहंदे हन ये गल ते, मैं हो परम पुरख का दासा, देखन आयो जगत तमाशा। जो मुझको परमेश्वर उचरिया, तेरे नाल नरक कुंड में पर है। एडी वड्डी गल क्यों कहनी पई? किते ये भी रामचंद्र दियां मूर्तां मंगो, मेरियां मूर्तां ना घोड़े वालियां बना के बह जाण के बाबे की पूजा करिए। ये क्लीयर कीती है गल आने वाले समय वास्ते। मेरा रूप ग्रंथ जी जान, मैं शब्द स्वरूप हाँ, शब्द नाल जुड़ना करो। कोई सतनाम श्री आप भी इन्हां नाल जुड़े, आपने भी इन्हां नूं मत्था टेकिया ते सानू भी इत्थे टिकाया। आग्या भई अकाल की तवै चलायो पंथ, सब सिखन को हुक्म है गुरु मान्यो ग्रंथ। खैर समाप्ति वाल होइए। आखिरी पंक्तियां विच बाबा जी कहंदे हो, हर थां ते है सैदो, कला दरिया ते नहीं रहिंदा, वो घरे भी है। आपे नेड़ा तेरे नेड़े भी है, दूर आपे ही वो दूर तक हर थां ते है। आपे मंझ म्यानो, वो सब दे अंदर भी है, सब दे बाहर भी है। आपे वेखै सुनै आपे ही, वो तुहानू वेख भी रहा है, तुसी की बोलदे हो ये सुन भी रहा है। कमाल दी गल है। आपे वेखै सुने आपे ही, कुदरत करे जहानो। ये सृष्टि नू जहान नू कुदरत नू बनाउण वाला भी वो है, बना रहा है। जो तिस भावै नानका, हुक्म सोई परवानो। बाकी सैदो जो उन्होंने चंगा लगता है, सिख नूं भी उही मनना चाहिए। ये नानक भी उही चंगा समझदा है जो उन्होंने चंगा लगता है। जो तुद भावै साई भली कार, तू सदा सलाम तन निरंकार। वारिया ना जावां एक बार, जो तुद भावै साई भली कार। इस करके प्रीतम जी कहते, जो तिस भावै नानका, हुक्म सोई परवानो। जो उन्होंने चंगा लगता उही हुंदा है, ते जो हुंदा सिखा तू भी उन्होंने भाना मन के चंगा समझ प्रवान कर। इसे दे विच ही भला है। इसी अज दे पवित्र शब्द के विचार लड़ीवार 25 अंग ते पहुँचे। अगले शब्द के विचार आपां कल दे दीवाना विच सरवण करांगे। बोलदे अनेकां अखर बाद घाट हो जांदे। सिख संगतां ते सतगुरु बख्शण योग है, बख्श लैना जी। समाप्ति करिए। बुलाओ फतेह पाओ फतेह। वाहिगुरु जी का खालसा, वाहिगुरु जी की फतेह। वाहिगुरु।